सत श्री अकाल, मैं हाँ तुहाडा लखविंदर सिंह। जे आप जी मेरे चैनल ते नवे, मेरे चैनल सबसक्राइब कर दो, बैल आइकन का बटन दबा दो ਤਾਂ ਜੋ ਵੀਡੀਓ ਦੀ ਆਉਣ ਵਾਲੀ ਨਵੀਂ ਤੋਂ ਨਵੀਂ ਨੋਟੀਫਿਕੇਸ਼ਨ ਆਪ ਤੱਕ ਪਹੁੰਚ ਰਹੇ। ਜੇ ਆਪ ਜੀ ਚਾਹੁੰਦੇ ਮੈਂ ਕਿਸੇ ਸੌਂਗ ਤੇ ਰਿਐਕਸ਼ਨ ਦਵਾਂ ਤੇ ਇਹ ਮੇਰੇ ਇੰਸਟਾਗ੍ਰam ਦੀ ਆਈਡੀ ਹੈ। आज भी ने इंस्टाग्राम ते लिंक सेंड कर सकते हो, मैं उस सॉन्ग पे जरूर एक्शन दूंगा। सो आज जी असी वीडियो लैके आए हाँ वो वीडियो है किसे वीर जी का लिंक आया सी इंस्टाग्राम ते मनजीत सिंह सोही जी का जो गाया होया सॉन्ग है। सॉन्ग का नाम है बोलना पिया ते काबल स्वरूप वाली वीर जी का लिखिया होया है। आओ नाल दी नाल आपां सॉन्ग नूं देखना करदे हां ते नाल दी नाल सॉन्ग ते रिएक्शन करदे हां। आओ सॉन्ग नूं देखना करिए। अंत वेले चिट्ठी किन्नू पाई कौर जिंद ने, 5 तीर दे के किन्नू तोरे अग बिंद ने। टिकटॉक वालियां दे नाम सब याद ने, ये नहीं पता नाम किद्दां मिले कौर सिंह ने। हथों किद्दां गया साडे राज खालसा, जित्ते सिंह हार के भी मुड़े कास तो। शेर का तो मंगे सी गुरां दी तेग ने, ठंडे ना पता से फिर पुरे कास तो। शेर का तो मंगे सी गुरां दी तेग ने, फिर पूरे कास तो। केड़ी मेरी फैशन दी ऐसी चली है, लै गया दुपट्टा सिर तो ही नारदा। जिन्ने कारगिल च दिखाई बहादुरी, ओदा पुत पब जी ते बंदे मारदा। बच्चियां नूं लाजमी सिखाउणी जप जी, खौरे कदों धर्मां दा रौला मुकना। नलूए पठाणा नूं पवाइयां सी कदे, साडे मुंडे टौर नूं ही पाउण सुथना। नलूए पठाणा नूं पवाइयां सी कदे, साडे मुंडे टौर नूं ही पाउण सुथना। जिथे ने तरने ते रुले जन्नता, लेना की ऐस देश दी तरक्की दा। कच्चे ले गए जट्टा जमीन वेच के, तैनू फायदा होया कि सड़क पक्की दा। मां दी मंजी वेले बच्चे एसी च पए, पाले जन्ने नंगे सिर धुप सेक के। आए साल कड्डे दसवंद सूरमा, भावें पैसे वट्टे समैक वेच के। आए साल कड्डे दसवंद सूरमा, भावें पैसे वट्टे समैक वेच के। मरिया जमीरां दी की गल करिए, मीट बने दान विच मिले चंदे दा। 3 दिन उंज ही बनाया बिल, दसो वेंटीलेटर ते मरे बंदे दा। काबल स्वरूप वाली पिंड वालिया, डाडे हथ डोर हुंदी जित हार दी। लैणी उत्ते लैणे आवे चढ़ चढ़ के, लेखनी पछाणी जांदी गीतकार दी। लैणी उत्ते लैणे आवे चढ़ चढ़ के, लेखनी पछाणी जांदी गीतकार दी। माड़ा बंदा मरे इदा दुख दुख के, जिदा हौली हौली दुखने अगरबत्तियां। पेटीएम करो माया भागां वाली, ओ बाबा ऑनलाइन बाणियां पड़ूगा कच्चियां। पेटीएम करो माया भागां वाली, ओ बाबा ऑनलाइन बाणियां पड़ूगा कच्चियां। ਇਹ ਸੀ ਯਾਰ ਜੋ ਸੌਂਗ ਬੋਲਣਾ ਪਿਆ ਤੇ ਸੌਂਗ ਦੇ ਵਿੱਚ ਬੜੀਆਂ ਪਿਆਰੀਆਂ ਕੁਝ ਗੱਲਾਂ ਵੀ ਕੀਤੀਆਂ ਹੋਈਆਂ ਨੇ ਤੇ ਕੁਝ ਗੱਲਾਂ ਤੇ ਆਪਾਂ ਜੋ ਗੱਲਬਾਤ ਕਰਾਂਗੇ। ਗਾਣੇ ਦੇ ਵਿੱਚ ਜੋ ਗੱਲ ਕੀਤੀ ਹੈ ਕਿ ਕਿਹੜੀ ਨੇਰੀ ਇਹੋ ਜਿਹੀ ਚੱਲੀ ਹੈ ਜਿਹਦਾ ਨਾਲ ਤੋਂ ਦੁਪੱਟਾ ਸਿਰ ਤੋਂ ਹੀ ਉਹਦਾ ਲੈ ਗਿਆ। ਜਿਹਨੇ ਕਾਰਗਿਲ 'ਚ ਦਿਖਾਈ ਬਹਾਦਰੀ, ਉਹਦਾ ਪੁੱਤ ਪੱਬ ਜੀ ਤੇ ਬੰਦੇ ਮਾਰਦਾ। ਤੇ ਕਹਿੰਦੇ ਜਿਹਨੇ ਕਾਰਗਿਲ ਦੀ ਜੰਗ 'ਚ ਬਹਾਦਰੀ ਦਿਖਾਈ ਸੀ ਤੇ ਅੱਜ ਉਹਦਾ ਪੁੱਤ ਜਿਹੜਾ ਹੈ ਅੱਗੇ
ਪਬਜੀ ਤੇ ਬੰਦੇ ਮਾਰਦਾ ਏ। ਭਾਵ ਕਿ ਯਾਦ ਰੱਖਿਓ ਕਿ ਆਪਣੇ ਬੱਚਿਆਂ ਨੂੰ ਜੇ ਪਾਉਣਾ ਹੈ ਨਾ, ਤੇ ਅੱਜ ਕਹਿ ਲਈਏ ਜਿੱਥੇ ਮੋਬਾਈਲ ਇੱਕ ਯੂਜ਼ ਕਰਨ ਵਾਸਤੇ ਨੇ, ਚੰਗਾ ਫਾਇਦਾ ਵੀ ਹੈ ਮੋਬਾਈਲਾਂ ਪਿੱਛੇ, ਪਰ ਉੱਥੇ ਕਈ ਅੱਜ ਦੇ ਤਰੀਕੇ ਦੇ ਅੰਦਰ ਮੋਬਾਈਲਾਂ ਦਾ ਬੱਚਿਆਂ ਨੂੰ ਨੁਕਸਾਨ ਵੀ ਬਹੁਤ ਹੋ ਰਿਹਾ ਏ। ਕਹਿ ਲਈਏ ਕਿ ਜਿਹੜੀ ਪੁੱਤ ਨੇ ਅੱਜ ਕ੍ਰਿਕਟ ਖੇਡਣੀ ਸੀ, ਜਿਹੜੇ ਪੁੱਤ ਨੇ ਅੱਜ ਵੱਡੀਆਂ ਇੰਟਰਨੈਸ਼ਨਲ ਗੇਮਾਂ ਖੇਡਣੀਆਂ ਸੀ, ਪਰ ਅੱਜ ਉਹ ਪੁੱਤ ਜਿਹੜਾ ਹੈ ਉਹ ਮੋਬਾਈਲ ਤੇ ਗੇਮ ਖੇਡਦਾ ਹੈ, ਉਹ ਪਬਜੀ ਖੇਡਦਾ ਹੈ। ਦੇਖੋ ਕੋਈ ਇੰਟਰਟੇਨਮੈਂਟ ਵਾਸਤੇ ਕੋਈ ਕਰਨੀ ਚੀਜ਼ ਮਾੜੀ ਨਹੀਂ ਆ, ਪਰ ਯਾਦ ਰੱਖਿਓ ਉਹ ਸਿਰਫ ਤੁਹਾਡਾ ਇੰਟਰਟੇਨਮੈਂਟ ਹੈ, ਪਰ ਜਿਹੜੀ ਅਸਲੀ ਗੇਮ ਹੈ, ਜਿਹੜੀ ਤੁਹਾਡੀ ਸਿਹਤ ਨੂੰ, ਬਾਡੀ ਨੂੰ ਵੀ ਫਿੱਟ ਰੱਖਦੀ ਹੈ, ਤੇ ਜਿਹੜੀ ਤੁਹਾਡੇ ਪੰਜਾਬ ਦੇ ਵਿੱਚ ਤੁਹਾਡਾ ਆਪਣਾ ਵੀ ਨਾਮ ਰੋਸ਼ਨ ਕਰਦੀ ਹੈ, ਤੇ ਤੁਹਾਡੇ ਮਾਤਾ ਪਿਤਾ ਦਾ ਵੀ ਨਾਮ ਰੋਸ਼ਨ ਕਰਦੀ ਹੈ। ਤੇ ਇਸ ਕਰਕੇ ਗੇਮ ਉਹ ਖੇਡੋ ਜਿਸ ਦੇ ਨਾਲ ਤੁਹਾਡਾ ਸਰੀਰ ਵੀ ਫਿਟਨੈਸ 'ਚ ਰਵੇ, ਤੇ ਜਿਸ ਦੇ ਨਾਲ ਤੁਹਾਡੇ ਮਾਤਾ ਪਿਤਾ ਭਾਰਤ ਦੀ ਵੀ ਸ਼ਾਨ ਵੱਧ। ਬੱਚਿਆਂ ਨੂੰ ਲਾਜ਼ਮੀ ਸਿਖਾਉਣੀ ਜਪਜੀ, ਖੌਰੇ ਕਦੋਂ ਧਰਮਾਂ ਦਾ ਰੌਲਾ ਮੁੱਕਣਾ। ਕਹਿੰਦੇ ਬੱਚਿਆਂ ਨੂੰ ਅੱਜ ਜਪਜੀ ਸਿਖਾਉਣੀ ਪੈਣੀ ਹੈ, ਭਾਵ ਕਿ ਗੁਰਬਾਣੀ ਦੇ ਨਾਲ ਜੋੜਨਾ ਪੈਣਾ ਹੈ। ਬੱਚਾ ਉਹੀ ਗੁਰਬਾਣੀ ਦੇ ਨਾਲ ਜੁੜੇਗਾ ਜਿਹੜਾ ਜੁੜਨਾ ਚਾਹੇਗਾ, ਕਿਉਂਕਿ ਧੱਕੇ ਦੇ ਨਾਲ ਅਸੀਂ ਕਹਿ ਲਈਏ ਕਿ ਕਿਸੇ ਨੂੰ ਜੋੜ ਪਾ ਸਕੀਏ, ਤੇ ਕਿਸੇ ਨੂੰ ਅਸੀਂ ਧੱਕੇ ਦੇ ਨਾਲ ਨਹੀਂ ਜੋੜ ਸਕਦੇ ਜਿੰਨਾ ਤੱਕ ਅਗਲਾ ਬੰਦਾ ਖੁਦ ਜੁੜਨ ਲਈ ਰੈਡੀ ਨਾ ਹੋਵੇਗਾ। ਤੇ ਇਸ ਕਰਕੇ ਮੈਂ ਇਹੀ ਕਹਾਂਗਾ ਕਿ ਪਹਿਲੇ ਨੰਬਰ ਦੇ ਘਰ ਦੇ ਵਿੱਚ ਜਿਹੜੇ ਬੱਚੇ ਦੇ ਮਾਤਾ ਪਿਤਾ ਨੇ, ਉਹਨਾਂ ਅੰਦਰ ਕੋਈ ਪਰਸਨੈਲਿਟੀ ਇਹੋ ਜੀ ਆਵੇ ਜਿਹਦੇ ਵੱਲ ਦੇਖ ਕੇ, ਮਾਤਾ ਪਿਤਾ ਵੱਲ ਦੇਖ ਕੇ ਬੱਚਾ ਸਿੱਖ ਸਕੇ। ਜੇ ਕਹਿ ਲਈਏ ਕਿ ਸ਼ੁਰੂ ਤੋਂ ਮਾਤਾ ਪਿਤਾ ਦਾ ਸੁਭਾਅ ਈਗੋ ਹੰਕਾਰ ਦੇ ਨਾਲ ਭਰਿਆ ਹੋਵੇ, ਮਾਤਾ ਪਿਤਾ ਹੀ ਪੁੱਠੇ ਰਸਤੇ ਤੇ ਚੱਲਦੇ ਹੋਣ, ਤੇ ਮਾਤਾ ਪਿਤਾ ਰੋਜ਼ ਹੀ ਗੁਰਦੁਆਰੇ ਜਾਂਦੇ ਹੋਣ, ਰੋਜ਼ ਹੀ ਪਾਠ ਕਰਦੇ ਹੋਣ, ਤੇ ਬੱਚੇ ਨੂੰ ਕਹਿਣ ਕਿ ਬੱਚੇ ਤੂੰ ਵੀ ਪਾਠ ਕਰਿਆ ਕਰ, ਤੇ ਬੱਚਾ ਅੱਗੋਂ ਇਹੀ ਕਹੇਗਾ ਕਿ ਮਾਤਾ ਜੀ, ਪਿਤਾ ਜੀ, ਤੁਹਾਨੂੰ ਪਾਠ ਕਰਕੇ ਤਾਂ ਤੁਹਾਡੀ ਕੋਈ ਡਿਵੈਲਪਮੈਂਟ ਨਹੀਂ ਹੋਈ, ਤੇ ਮੇਰੇ ਪਾਠ ਕਰਨ ਦੇ ਨਾਲ ਕੀ ਹੋ ਜਾਵੇਗਾ। ਇਸ ਕਰਕੇ ਪਹਿਲੇ ਨੰਬਰ ਤੇ ਸਾਨੂੰ ਖੁਦ ਨੂੰ ਸਹੀ ਹੋਣਾ ਪੈਣਾ ਹੈ, ਕਿਉਂਕਿ ਆਪ ਸਹੀ ਹੋਵਾਂਗੇ ਤੇ ਦੂਜੇ ਨੂੰ ਅਸੀਂ ਕਹਿ ਸਕਾਂਗੇ। ਆਪ ਅਸੀਂ ਵਧੀਆ ਤਰੀਕੇ ਨਾਲ ਚੱਲਾਂਗੇ ਤੇ ਅਗਲਾ ਦੇਖ ਕੇ ਆਟੋਮੈਟਿਕਲੀ ਤੁਹਾਡੇ ਵੱਲ ਦੇਖ ਕੇ ਅਗਲਾ ਚੰਗੇ ਰਸਤੇ ਕਿਸੇ ਵੇਲੇ ਲੱਗ ਜਾਂਦਾ ਹੈ। ਪਰ ਪਹਿਲੇ ਨੰਬਰ ਤੇ ਤੁਹਾਨੂੰ ਆਪ ਸਹੀ ਹੋਣਾ ਪੈਣਾ। ਅਗਲਾ ਖੁਦ ਲੱਗਣਾ ਚਾਹੇ, ਕਿਸੇ ਨੂੰ ਧੱਕੇ ਦੇ ਨਾਲ ਨਹੀਂ ਲਾਓਗੇ, ਅਗਲਾ ਤੁਹਾਡੇ ਨਾਲ ਲੱਗ ਤੇ ਜਾਊਗਾ, ਜਪਜੀ ਪੜ੍ਹ ਵੀ ਲਊਗਾ, ਪਰ ਜੇ ਜਪਜੀ ਸਾਹਿਬ ਦੇ ਵਿੱਚ ਕੁਝ ਸਮਝਿਆ ਨਹੀਂ ਤੇ ਫਿਰ ਪੜਨ ਦਾ ਵੀ ਕੋਈ ਫਾਇਦਾ ਨਹੀਂ। ਤੇ ਇਸ ਕਰਕੇ ਪੜੋ, ਤੇ ਪਰ ਸਮਝ ਕੇ ਪੜੋ। ਨਲੂਏ ਪਠਾਨਾਂ ਨੂੰ ਸੀ ਪਾਈਆਂ ਸੀ ਕਦੇ, ਸਾਡੇ ਮੁੰਡੇ ਟੌਰ ਨੂੰ ਹੀ ਪਾਉਣ ਸੁੱਥਣਾ। ਕਹਿੰਦੇ ਨਲੂਏ ਪਠਾਨਾਂ ਨੂੰ ਕਿਸੇ ਵੇਲੇ ਸੁੱਥਣਾ ਪਾਈਆਂ ਸੀ, ਤੇ ਅੱਜ ਫੈਸ਼ਨਾਂ ਵਾਸਤੇ ਕਹਿ ਰਹੇ ਨੇ ਕਿ ਸਾਡੇ ਮੁੰਡੇ ਜਿਹੜੇ ਨੇ ਉਹ ਸੁੱਥਣਾ ਪਾਉਂਦੇ ਨੇ। ਦੇਖੋ ਇੱਕ ਜਿਹੜੀ ਗੱਲ ਹੁੰਦੀ ਹੈ, ਅਗਲੇ ਦਾ ਟ੍ਰੈਂਡ ਹੈ, ਅਗਲਿਆਂ ਦਾ ਕਲਚਰ ਹੈ, ਜਿਹੜਾ ਕੋਈ ਪਾਉਂਦਾ ਹੈ ਉਹਨੂੰ ਮੁਬਾਰਕ, ਸਾਨੂੰ ਉਹਦੇ ਨਾਲ ਕੋਈ ਇਤਰਾਜ਼ ਨਹੀਂ। ਪਰ ਯਾਦ ਰੱਖੋ ਇੱਕ ਜਿਹੜਾ ਹੈ ਭੇਸ ਵੱਟ ਕੇ ਨਿਕਲਣਾ, ਇੱਕ ਹੈ ਕਿ ਸੁੱਥਣਾ, ਭਾਵ ਕਿ ਸੁੱਥਣ ਕੋਈ ਮਾਰੀ ਨਹੀਂ ਹੈ ਤਾਂ ਉਹ ਵੀ ਕੱਪੜਾ ਹੀ। ਪਰ ਗੱਲ ਯਾਦ ਰੱਖਿਓ ਕਿ ਇੱਕ ਜਿਹੜੀ ਹੈ ਆਪਣੇ ਭੇਸ ਵੱਟ ਕੇ ਕਹਿ ਲਈਏ ਲੁੱਕ ਛਿਪ ਕੇ ਲੰਘ ਜਾਣਾ, ਜਨਾਨੀ ਬਣ ਕੇ ਲੰਘਣਾ, ਤੇ ਇੱਕ ਕਹਿ ਲਈਏ ਕਿ ਸਿੱਧਾ ਫੇਸ ਟੂ ਫੇਸ ਅਗਲੇ ਨੇ ਪਾਈ ਹੋਈ ਹੈ, ਅਗਲਾ ਜਨਾਨੀ ਮੰਨ ਨਹੀਂ ਰਿਹਾ ਆਪਣੇ ਆਪ ਨੂੰ। ਇਸ ਕਰਕੇ ਜਿਸ ਕਿਸੇ ਦਾ ਟ੍ਰੈਂਡ ਹੈ ਉਹ ਟ੍ਰੈਂਡ ਉਹ ਅਗਲਾ ਕਰ ਸਕਦਾ ਹੈ, ਪਰ ਅਸੀਂ ਉਹਨੂੰ ਧੱਕੇ ਦੇ ਨਾਲ ਨਹੀਂ ਕਹਿ ਸਕਦੇ ਕਿ ਤੁਸੀਂ ਕਿਉਂ ਪਾਉਂਦੇ ਹੋ। ਅਗਲੇ ਦਾ ਟ੍ਰੈਂਡ ਹੈ, ਅਗਲੇ ਨੂੰ ਪਾਉਣ ਦਿਓ, ਅਗਲੇ ਦੀ ਮਰਜ਼ੀ ਹੈ, ਅਗਲੇ ਦੀ ਲਾਈਫ ਹੈ, ਪਰ ਅਗਲੇ ਨੂੰ ਅਸੀਂ ਰੋਕ ਨਹੀਂ ਸਕਦੇ। ਤੇ ਅਗਲੇ ਜੇ ਕੋਈ ਉਸ ਵਕਤ ਸੁੱਥਣਾ ਪਾ ਕੇ ਭੱਜਾ ਵੀ ਸੀ ਨਾ, ਤੇ ਉਹ ਆਪਣਾ ਭੇਸ ਵੱਟ ਕੇ ਭੱਜਿਆ ਸੀ, ਨਾ ਕਿ ਅਗਲਾ ਟ੍ਰੈਂਡ ਵਾਸਤੇ ਉਦੋਂ ਪਾ ਰਿਹਾ ਸੀ, ਨਾ ਕਿ ਅਗਲਾ ਫੈਸ਼ਨ ਵਾਸਤੇ ਪਾ ਰਿਹਾ ਸੀ। ਅਗਲਾ ਫੈਸ਼ਨ ਵਾਸਤੇ ਨਹੀਂ, ਅਗਲਾ ਪਹਿਰਾਵਾ ਦੂਜਾ ਧਾਰਨ ਕਰਕੇ ਭੱਜਿਆ ਸੀ। ਇੱਥੇ ਇਤਿਹਾਸ ਦੇ ਵਿੱਚ ਇਹ ਗੱਲ ਜ਼ਰੂਰ ਆਵੇਗੀ ਕਿ ਕਿਸੇ ਨੇ ਭੇਸ ਵੱਟ ਕੇ ਪਹਿਰਾਵਾ ਦੂਜਾ ਪਾ ਕੇ ਕੋਈ ਇੱਥੋਂ ਨਿਕਲ ਗਿਆ ਸਾਡੇ ਅੱਖਾਂ ਦੇ ਸਾਹਮਣੇ, ਇਹ ਨਹੀਂ ਹੁਣ ਕਹਿ ਸਕਦੇ ਕਿ ਅਗਲਾ ਉਹਨੇ ਪਾਇਆ ਸੀ ਤੇ ਤੁਸੀਂ ਕਿਉਂ ਪਾਇਆ ਹੈ। ਇਸ ਕਰਕੇ ਕੋਈ ਜਿਹੜਾ ਪਾਉਂਦਾ ਹੈ ਪਾਈ ਜਾਵੇ, ਪਰ ਸਾਨੂੰ ਉਹਦੇ ਨਾਲ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ, ਅਗਲੇ ਦੀ ਚੋਇਸ ਹੈ। ਗੱਲ ਕੀਤੀ ਕਿ ਜਿੱਥੇ ਜਨਤਾ ਧਰਨਿਆਂ ਦੇ ਵਿੱਚ ਰੁਲੇ, ਤੇ ਉੱਥੇ ਇਹੋ ਜੀ ਤਰੱਕੀ ਤੋਂ ਅਸੀਂ ਲੈਣਾ ਕੀ ਹੈ। ਤੇ ਇਹੋ ਜੀ ਤਰੱਕੀ ਕਾਹਦੀ ਜੇ ਸਾਡੇ ਕਿਸਾਨ ਵੀਰ ਹੀ ਅੱਜ ਧਰਨਿਆਂ ਤੇ ਰੁਲਦੇ ਪਏ ਨੇ। ਅੱਜ ਹੱਕਾਂ ਪ੍ਰਤੀ ਕੋਈ ਧਰਨਿਆਂ ਤੇ ਬੈਠਾ ਹੋਇਆ, ਕਾਹਦੀ ਤਰੱਕੀ ਯਾਰ। ਜਿਹੜਾ ਘਰ ਤੋਂ ਛੱਡ ਕੇ, ਜਿਹੜਾ ਆਪਣੇ ਘਰ ਤੋਂ ਬੇਘਰ ਹੋਇਆ ਪਿਆ ਏ, ਉਹਦੇ ਵਾਸਤੇ ਕਾਹਦੀ ਤਰੱਕੀ। ਇਸ ਕਰਕੇ ਇਹ ਕੋਈ ਤਰੱਕੀ ਨਹੀਂ ਹੁੰਦੀ। ਤਰੱਕੀ ਉਹ ਹੁੰਦੀ ਹੈ ਜਿਹੜੇ ਕਿਸੇ ਨੂੰ ਹੱਕ ਦਿੱਤੇ ਜਾਣ, ਨਾ ਕਿ ਹੱਕ ਖੋਏ ਜਾਣ। ਤੇ ਇਸ ਕਰਕੇ ਕਿਸਾਨਾਂ ਦੇ ਹੱਕਾਂ ਨੂੰ ਖੋਇਆ ਜਾ ਰਿਹਾ, ਨਾ ਕਿ ਉਹਨਾਂ ਨੂੰ ਹੱਕ ਦਿੱਤੇ ਜਾ ਰਹੇ ਨੇ। ਅੱਜ ਉਹ ਕਿਸਾਨ ਵੀਰ ਧਰਨਾ ਇਸ ਕਰਕੇ ਲਾ ਕੇ ਬੈਠੇ ਹੋਏ ਨੇ ਕਿ ਅਸੀਂ ਹੱਕਾਂ ਪ੍ਰਤੀ ਲੜਨਾ ਹੈ, ਹੱਕਾਂ ਪ੍ਰਤੀ ਖੜਨਾ ਹੈ, ਭਾਵ ਕਿ ਨਾ ਕਿ ਅਸੀਂ ਹੱਕਾਂ ਨੂੰ ਖੋਣ। ਕੱਚੇ ਹੋ ਗਏ ਜੱਟਾਂ ਵੇ ਜ਼ਮੀਨ ਵੇਚ ਕੇ, ਤੈਨੂੰ ਕੀ ਇਹ ਫਾਇਦਾ ਹੋਇਆ ਸੜਕ ਪੱਕੀ ਦਾ। ਕਹਿੰਦੇ ਕਈ ਜੱਟ ਜਿਹੜੇ ਨੇ ਆਪਣੀਆਂ ਜ਼ਮੀਨਾਂ ਵੇਚ ਕੇ ਕੱਚੇ ਹੋ ਗਏ ਨੇ, ਸਾਨੂੰ ਸੜਕ ਪੱਕੀ ਦਾ ਕੀ ਫਾਇਦਾ ਹੋਇਆ। ਜੇ ਕਹਿ ਲਈਏ ਜਨਤਾ ਦਾ ਹੀ ਖੂਨ ਪਸੀਨਾ ਨਿਚੋੜ ਕੇ ਸੜਕਾਂ ਪੱਕੀਆਂ ਕਰਨੀਆਂ ਸੀ, ਤੇ ਜਨਤਾ ਨੂੰ ਕਾਹਦਾ ਫਾਇਦਾ ਹੋਇਆ। ਕਹਿ ਲਈਏ ਕਿ ਜਿਹੜਾ ਤੰਬਾਕੂ ਵੇਚਦਾ ਹੈ ਉਹੀ ਫਿਰ ਕੈਂਸਰ ਦਾ ਹਸਪੀਟਲ ਖੋਲਦਾ ਹੈ। ਤੇ ਅੱਜ ਜਨਤਾ ਦੇ ਹੱਸਿਓ, ਜਨਤਾ ਤੋਂ ਪੈਸਾ ਲੈ ਕੇ ਤੇ ਅੱਜ ਸੜਕਾਂ ਪੱਕੀਆਂ ਕੀਤੀਆਂ ਜਾ ਰਹੀਆਂ ਨੇ, ਫਿਰ ਟੂਲ ਟੈਕਸ ਲਾ ਕੇ ਫਿਰ ਜਨਤਾ ਨੂੰ ਲੁੱਟਿਆ ਜਾ ਰਿਹਾ ਹੈ। ਯਾਰ ਹੱਦ ਹੈ ਕਿ ਜਿਹੜਾ ਜਨਤਾ ਦਾ ਪੈਸਾ ਲੱਗਾ ਹੈ ਉਹੀ ਜਨਤਾ ਦਾ ਫਿਰ ਤੁਸੀਂ ਲੁੱਟ ਰਹੇ ਹੋ ਜਨਤਾ ਕੋ।
ਮਾਂ ਜੀ ਮੰਜੀ ਵੇਲੇ ਪੁੱਤ ਏਸੀ 'ਚ ਪਏ, ਕਹਿੰਦੇ ਮਾਂ ਦੀ ਮੰਜੀ ਵਿਹੜੇ 'ਚ ਹੈ ਤੇ ਪੁੱਤ ਜਿਹੜੇ ਏਸੀ 'ਚ ਪਏ ਹੋਏ ਨੇ, ਜਿਹੜੀ ਮਾਂ ਨੇ ਧੁੱਪ ਲਾ ਕੇ ਸੇਕ ਲਾ ਕੇ ਤੇ ਤੁਹਾਨੂੰ ਜੰਮਿਆ ਸੀ, ਜਿਹੜੀ ਮਾਂ ਨੇ ਆਪਣੇ ਤੇ ਦੁੱਖ ਹੰਢਾ ਕੇ ਤੁਹਾਨੂੰ ਜੰਮਿਆ ਸੀ, ਅੱਜ ਉਹ ਮਾਂ ਦੀ ਮੰਜੀ ਬਾਹਰ ਡਾਈ ਹੋਈ ਹੈ। ਇਸ ਕਰਕੇ ਮਾਤਾ ਪਿਤਾ ਦਾ ਸਤਿਕਾਰ ਕਰੋ, ਮਾਤਾ ਪਿਤਾ ਨੂੰ ਪਿਆਰ ਦੇ ਨਾਲ ਕੋਲ ਰੱਖੋ। ਜਿੱਥੇ ਮਾਂ ਪਿਓ ਨੇ ਤੁਹਾਨੂੰ ਇਹਨਾਂ ਦੁੱਖ ਹੰਢਾ ਕੇ ਤੁਹਾਨੂੰ ਪਾਲਿਆ ਪੋਸਿਆ ਵੱਡਾ ਕੀਤਾ, ਤੁਹਾਡਾ ਵੀ ਫਰਜ਼ ਬਣਦਾ ਸੀ ਕਿ ਜੇ ਮਾਂ ਪਿਓ ਨੇ ਆਪਣੇ ਤੇ ਦੁੱਖ ਹੰਢਾ ਕੇ ਸਾਨੂੰ ਇੰਨੀ ਸੋਹਣੀ ਜ਼ਿੰਦਗੀ ਬਖਸ਼ੀ ਹੈ ਤੇ ਸਾਡਾ ਵੀ ਫਰਜ਼ ਬਣਦਾ ਹੈ ਅਸੀਂ ਵੀ ਬੁਢੇਪੇ ਦੇ ਵਿੱਚ, ਬਜ਼ੁਰਗੀ ਦੇ ਵਿੱਚ ਉਹਨਾਂ ਦੀ ਸੇਵਾ ਕਰਕੇ, ਉਹਨਾਂ ਦੇ ਨਾਲ ਟਾਈਮ ਸਪੈਂਡ ਕਰਕੇ, ਉਹਨਾਂ ਦਾ ਪਿਆਰ ਸਤਿਕਾਰ ਕਰਕੇ ਉਹਨਾਂ ਦੀ ਵੀ ਲਾਈਫ ਨੂੰ ਖੁਸ਼ਹਾਲ ਬਣਾਈਏ। ਆਏ ਸਾਲ ਕੱਢੇ ਦਸਵੰਧ ਸੂਰਮਾ, ਭਾਵੇਂ ਪੈਸੇ ਵਟਿਆ ਸਮੈਕ ਵੇਚ ਕੇ। ਕਹਿੰਦੇ ਦਸਵੰਧ ਤਾਂ ਕੱਢਦਾ ਏ ਪਰ ਇਹ ਨਹੀਂ ਪਤਾ ਕਿ ਉਹ 2 ਨੰਬਰ ਦਾ ਕੰਮ ਕਰਕੇ ਵੇਟੇ ਹੁਣ ਪੈਸੇ। ਇਸ ਕਰਕੇ ਦਸਵੰਧ ਜਿਹੜਾ ਹੈ ਨਾ, ਯਾਦ ਰੱਖਿਓ, ਦਸਵੰਧ ਜੇ ਪੈਸਾ ਅਸੀਂ ਕਿਤੇ ਵੇਲੇ ਕੱਢਦੇ ਆ ਤੇ ਪਹਿਲੀ ਗੱਲ ਉਹ ਦਸਵੰਧ ਕਿਸੇ ਲੋੜਵੰਦ ਨੂੰ ਦਿੱਤਾ ਜਾਵੇ। ਪਰ ਯਾਰ ਜੇ ਤੁਸੀਂ 2 ਨੰਬਰ ਦੀ ਕਮਾਈ ਕਰਕੇ ਦਸਵੰਧ ਲੰਗਣ ਲਗਾਉਂਦੇ ਹੋ, ਪਰ ਜੇ ਕਹਿ ਲਈਏ ਕਿ ਸਮੈਕ ਵੇਚ ਕੇ ਇੱਕ ਬੰਨੇ ਮਾਵਾਂ ਦੇ ਪੁੱਤ ਮਰਵਾ ਰਹੇ ਹੋ ਤੇ ਦੂਜੇ ਬੰਨੇ ਲੰਗਰ ਲਗਾ ਰਹੇ ਹੋ, ਫਾਇਦਾ ਕੀ ਹੋਇਆ ਤੁਹਾਡੇ ਲੰਗਰਾਂ ਦਾ ਜੇ ਕਿਸੇ ਮਾਂ ਦਾ ਪੁੱਤ ਹੀ ਨਸ਼ੇ ਨੇ ਖੋਹ ਲਿਆ। ਤੇ ਇਸ ਕਰਕੇ ਪਹਿਲੀ ਗੱਲ ਤੇ ਨਸ਼ਾ ਖਾਣਾ ਬੰਦ ਕਰੋ। ਜੇ ਨਸ਼ਾ ਖਾਣਾ ਬੰਦ ਹੋ ਜਾਵੇਗਾ, ਨਸ਼ਾ ਲੈਣਾ ਬੰਦ ਹੋ ਜਾਵੇਗਾ ਤੇ ਦੁਕਾਨਾਂ ਵੀ ਬੰਦ ਹੋ ਜਾਣਗੀਆਂ। ਇਸ ਕਰਕੇ ਕੁਝ ਕਮੀਆਂ ਸਾਡੇ ਵਿੱਚ ਨੇ ਜਿਹੜੀਆਂ ਸਾਨੂੰ ਸੁਧਾਰਨੀਆਂ ਪੈਣੀਆਂ ਨੇ ਤੇ ਸਮਾਜ ਸੁਧਰੇਗਾ। 3 ਦਿਨ ਉਂਝ ਹੀ ਬਣਾਇਆ ਬਿੱਲ ਹੈ 200 ਐਂਟੀਲੇਟਰ 'ਚ ਮਰੇ ਬੰਦੇ ਦਾ। ਕਹਿੰਦੇ 3 ਦਿਨ ਡਾਕਟਰਾਂ ਨੇ ਬਿੱਲ ਐਂ ਹੀ ਬਣਾ ਲਿਆ ਕਿ ਬੰਦਾ ਮਰਿਆ ਪਿਆ ਸੀ ਪਰ ਉਹਦਾ ਬਿੱਲ ਬਣੀ ਗਿਆ। ਇਸ ਕਰਕੇ ਕਈ ਇਹੋ ਜਿਹੇ ਹੁੰਦੇ ਨੇ ਜਿਹੜੇ ਪੜ੍ਹੇ ਲਿਖੇ ਵੀ ਬੇਵਕੂਫ ਹੁੰਦੇ ਨੇ ਤੇ ਉਹ ਹੁੰਦੇ ਨੇ ਇਹੋ ਜਿਹੇ ਜਿਹੜੇ ਮਰੇ ਬੰਦੇ ਦਾ ਬਿੱਲ ਬਣਾ ਰਹੇ ਨੇ। ਯਾਰ ਕਿਸੇ ਨੂੰ ਲੁੱਟ ਰਹੇ ਹੋ, ਕਿਸੇ ਦੀਆਂ ਇੰਨੀਆਂ ਜ਼ਮੀਰਾਂ ਮਰ ਗਈਆਂ। ਇੱਕ ਬੰਨਿਓ ਅਸੀਂ ਕਹਿੰਦੇ ਆ ਕਿ ਡਾਕਟਰ ਜਿਹੜੇ ਰੱਬ ਦਾ ਰੂਪ ਹੁੰਦੇ ਨੇ, ਕਿਸੇ ਨੂੰ ਜ਼ਿੰਦਗੀ ਬਖਸ਼ਦੇ ਨੇ, ਪਰ ਉਹ ਜਿਹੜੇ ਇਹੋ ਜਿਹੇ ਕੰਮ ਕਰਦੇ ਨੇ, ਪਰ ਉਹ ਕਹਿ ਲਈਏ ਰੱਬ ਦਾ ਰੂਪ ਕਾਹਦਾ, ਕਹਿ ਲਈਏ ਕਿ ਉਹ ਤਾਂ ਇੱਕ ਰਾਖਸ਼ ਹੀ ਹੋਏ ਯਾਰ। ਇਸ ਕਰਕੇ ਮਰੇ ਬੰਦੇ ਦਾ ਬਿੱਲ ਨਾ ਬਣਾਓ, ਕਿਸੇ ਨੂੰ ਜ਼ਮੀਰਾਂ ਮਾਰ ਕੇ ਲੁੱਟੋ ਨਾ, ਪੜ੍ਹ ਲਿਖ ਕੇ ਵੀ ਕਿਤੇ ਬੇਵਕੂਫ ਨਾ ਬਣੋ। ਪੜ੍ਹਿਆ ਲਿਖਿਆ ਹੋਵੇ ਬੰਦਾ ਪਰ ਨਾਲ ਦੀ ਨਾਲ ਅਕਲ ਹੋਣੀ ਜ਼ਰੂਰੀ ਹੈ, ਕੱਲਾ ਗਿਆਨ ਵੀ ਹੋਣਾ ਨਹੀਂ ਜ਼ਰੂਰੀ। ਲਾਸਟ ਪੈਰੇ ਵਿੱਚ ਗੱਲ ਕੀਤੀ ਕਿ ਉੱਤੋਂ ਉੱਤੋਂ ਸਾਰੇ ਪਾਉਣ ਜੱਫੀਆਂ, ਵੀਰ ਵੀਰ ਕਹਿਣ ਪਰ ਸਾਂਝ ਨਹੀਂ ਦਿਲੀ। ਕਹਿੰਦੇ ਉੱਤੋਂ ਉੱਤੋਂ ਦੇ ਸਾਰੇ ਜੱਫੀਆਂ ਪਾਉਂਦੇ ਨੇ ਪਰ ਵੀਰ ਵੀਰ ਵੀ ਕਹਿੰਦੇ ਨੇ ਪਰ ਦਿਲੀ ਸਾਂਝ ਨਹੀਂ ਹੈਗੀ, ਪਰ ਦਿਲੀ ਪਿਆਰ ਨਹੀਂ ਹੈਗਾ। ਕਦੇ ਵੀ ਫੇਕ ਰਿਐਲਿਟੀ ਨਾ ਰੱਖੋ, ਰੀਅਲ ਰਿਐਲਿਟੀ ਆਪਣੇ ਜੀਵਨ ਦੇ ਵਿੱਚ ਲੈ ਕੇ ਆਓ। ਜੇ ਕਿਸੇ ਨੂੰ ਵੀਰ ਕਹਿੰਦੇ ਹੋ ਤੇ ਵੀਰ ਮੰਨੋ ਵੀ, ਜੇ ਕਿਸੇ ਨੂੰ ਭੈਣ ਕਹਿੰਦੇ ਹੋ ਤੇ ਭੈਣ ਮੰਨੋ ਵੀ। ਪੇਟੀਐਮ ਕਰੋ ਮਾਇਆ ਭਾਗਾਂ ਵਾਲਿਓ, ਬਾਬਾ ਆਨਲਾਈਨ ਬਾਣੀਆਂ ਪੜਾਉਂਦਾ ਕੱਚੀਆਂ। ਕਹਿੰਦੇ ਬਾਬਾ ਆਨਲਾਈਨ ਬਾਣੀਆਂ ਕੱਚੀਆਂ ਪੜਾਉਂਦਾ। ਤੇ ਇੱਥੇ ਮੈਂ ਇਹ ਵੀ ਗੱਲ ਕਹਿੰਦਾ ਜਾਵਾਂ ਕਿ ਕੱਚੀ ਬਾਣੀ ਉਹ ਨਹੀਂ ਹੁੰਦੀ। ਦੇਖੋ ਕੱਚੀ ਬਾਣੀ ਉਹ ਹੈ ਜਿਹੜੀ ਸਾਨੂੰ ਚੰਗੇ ਕਰਮਾਂ ਤੋਂ ਰੋਕਦੀ ਹੈ। ਉਹ ਕੱਚੀ ਬਾਣੀ ਨਹੀਂ ਹੁੰਦੀ ਕਿ ਜਿਹੜੀ ਸਾਨੂੰ ਪ੍ਰੇਰਦੀ ਹੈ, ਜਿਹੜੀ ਸਾਨੂੰ ਸਿੱਧੇ ਬੰਨੇ ਲਾਉਂਦੀ ਹੈ। ਦੇਖੋ ਕੋਈ ਕਵਿਤਾ ਦੇ ਟਾਈਪ 'ਚ ਗਾਉਂਦਾ ਹੈ, ਕੋਈ ਕਹਾਣੀ ਦੇ ਟਾਈਪ 'ਚ ਗਾਉਂਦਾ ਹੈ, ਕੋਈ ਕਹਿੰਦੀ ਵਾਰਾਂ ਦੇ ਟਾਈਪ 'ਚ ਗਾਉਂਦਾ ਹੈ। ਇਸ ਕਰਕੇ ਇਸ ਤਰੀਕੇ ਦੇ ਨਾਲ ਜੇ ਕਿਸੇ ਨੂੰ ਜੋੜ ਰਹੇ ਹੋ, ਕਿਸੇ ਨੂੰ ਚੰਗੀ ਸਿੱਖਿਆ ਮਿਲ ਰਹੀ ਹੈ, ਕੋਈ ਉਹ ਸਟੋਰੀ ਦੇ ਥਰੂ ਮਿਲ ਰਹੀ ਹੈ, ਕੋਈ ਉਹ ਕਹਾਣੀ ਦੇ ਥਰੂ ਮਿਲ ਰਹੀ ਹੈ, ਕੋਈ ਉਹ ਕਵਿਤਾ ਦੇ ਥਰੂ ਮਿਲ ਰਹੀ ਹੈ, ਤੇ ਜੇ ਉਹ ਚੰਗਾ ਗਾਈਡੈਂਸ ਹੁੰਦਾ ਹੈ ਨਾ ਤੇ ਉਹਨੂੰ ਕੱਚਾ ਨਹੀਂ ਮੰਨਿਆ ਜਾਵੇਗਾ। ਕੱਚਾ ਉਹ ਹੈ ਜਿਹੜੇ ਤੁਹਾਨੂੰ ਭੈੜੇ ਕਰਮ ਵੱਲ ਪ੍ਰੇਰਦਾ ਹੈ ਤੇ ਚੰਗੇ ਕੰਮ ਵੱਲ ਤੋੜਦਾ ਹੈ, ਉਹਨੂੰ ਕੱਚੀ ਕਹਿ ਸਕਦੇ ਹੋ। ਉਹਨੂੰ ਕੱਚੀ ਨਹੀਂ ਕਹਿ ਸਕਦੇ ਜਿਹੜੀ ਤੁਹਾਨੂੰ ਚੰਗੇ ਕਰਮਾਂ ਵੱਲ ਜੋੜਦੀ ਹੈ, ਤੁਹਾਡੀ ਫੀਲਿੰਗਾਂ ਨੂੰ ਜੋੜਦੀ ਹੈ, ਤੁਹਾਡੀ ਫੀਲਿੰਗਾਂ ਨੂੰ ਹੋਰ ਗੁਰੂ ਪ੍ਰਤੀ ਸਤਿਕਾਰ ਬਣਾਉਂਦੀ ਹੈ। ਉਹਨੂੰ ਕੱਚੀ ਨਹੀਂ ਕਹਿ ਸਕਦੇ ਤੁਸੀਂ। ਕੱਚੀ ਉਹ ਹੈ ਜਿਹੜੀ ਭੈੜੇ ਕਰਮਾਂ ਵੱਲ ਪ੍ਰੇਰੇਗੀ। ਜਿਵੇਂ ਕਹਿ ਲਈ ਕਿ ਇਹਨਾਂ ਨੇ ਹੁਣ ਗਾਣਾ ਗਾਇਆ ਹੋਇਆ ਏ, ਕੁਝ ਗੱਲਾਂ ਜਿਹੜੀਆਂ ਇਹਨਾਂ ਨੇ ਸੱਚੀਆਂ ਲਿਖੀਆਂ ਹੋਈਆਂ ਨੇ ਤੇ ਸੱਚੀਆਂ ਜਿਹੜੀਆਂ ਸੱਚੇ ਬੰਨੇ ਜੋੜ ਰਹੀਆਂ ਨੇ ਉਹ ਤਾਂ ਸੱਚੀ ਮੰਨੀ ਜਾਵੇਗੀ, ਪਰ ਜਿਹੜੀਆਂ ਕੁਝ ਗੱਲਾਂ ਸਾਨੂੰ ਗਲਤ ਗਾਈਡੈਂਸ ਕਰਨਗੀਆਂ ਉਹ ਗੱਲਾਂ ਨੂੰ ਕੱਚੀਆਂ ਕਿਹਾ ਜਾਣਗੀਆਂ। ਕਰਕੇ ਬਾਣੀ ਕੀ ਸੀ? ਬਾਣੀ ਗੁਰੂ ਹੈ। ਬਾਣੀ ਤੇ ਸਾਡਾ ਕਹਿੰਦੇ ਬਾਣੀ ਗੁਰੂ, ਕਹਿੰਦੇ ਸਾਡਾ ਬਾਣੀ ਹੈ ਗੁਰੂ। ਤੇ ਗੁਰੂ ਕੀ ਹੈ? ਸਾਡਾ ਸ਼ਬਦ ਗੁਰੂ, ਸੁਰਤ ਤੋਂ ਚੇਲਾ। ਤੇ ਸ਼ਬਦ ਤੋਂ ਸਾਨੂੰ ਕੀ ਮਿਲਦਾ ਹੈ? ਗਿਆਨ। ਤੇ ਇਸ ਕਰਕੇ ਇੱਕ ਸੱਚਾ ਗਿਆਨ ਜਿਹੜਾ ਤੁਹਾਨੂੰ ਸਹੀ ਰਸਤੇ ਵੱਲ ਤੋਰੇ ਉਹ ਸੱਚਾ ਹੁੰਦਾ ਹੈ। ਉਹੀ ਗਿਆਨ ਜੇ ਤੁਹਾਨੂੰ ਉਲਟ ਪਾਸੇ ਤੋਰੇਗਾ ਤੇ ਉਹ ਗਿਆਨ ਕੱਚਾ ਹੋ ਜਾਂਦਾ ਹੈ। ਇਸ ਕਰਕੇ ਕੱਚੀ 'ਚ ਤੇ ਪੱਕੀ 'ਚ ਫਰਕ ਹੁੰਦਾ ਹੈ। ਇਹ ਤੁਹਾਨੂੰ ਆਪਣੀ ਕਾਮਨ ਸੈਂਸ ਨਾਲ ਸਮਝਣਾ ਪਵੇਗਾ। ਇਹ ਕਿਸੇ ਨੂੰ ਦੇਖ ਕੇ ਤੁਸੀਂ ਜੱਜਮੈਂਟ ਨਹੀਂ ਕਰ ਸਕਦੇ ਅਗਲਾ ਫੀਲ ਕਿਸ ਤਰ੍ਹਾਂ ਜੁੜੀ ਹੋਈ ਹੈ। ਕੋਈ 8 ਦਿਨ ਸਰਹੰਦ ਦਾ ਜੋ ਪ੍ਰੋਗਰਾਮ ਹੁੰਦਾ ਹੈ ਉੱਥੇ ਕਵਿਤਾ ਪੜ੍ਹੀਆਂ ਜਾਂਦੀਆਂ ਨੇ, ਉਹ ਕਵਿਤਾ ਫੀਲਿੰਗ ਦੇ ਨਾਲ ਜੋੜਿਆ ਜਾ ਰਿਹਾ ਹੈ, ਨਾ ਕਿ ਉਸ ਫੀਲ ਕਰਾ ਕੇ ਉੱਥੇ ਕਿਸੇ ਨੂੰ ਤੋੜਿਆ ਜਾ ਰਿਹਾ ਹੈ। ਇਸ ਕਰਕੇ ਕਵਿਤਾ ਨੂੰ ਕੱਚੀ ਨਹੀਂ ਕਹਿ ਸਕਦੇ। ਸੋ ਬਹੁਤ ਹੀ ਪਿਆਰਾ ਸੌਂਗ ਸੀ। ਆਪ ਜੀ ਦੱਸਣਾ ਕਰਨਾ ਆਪ ਜੀ ਨੂੰ ਸੌਂਗ ਕਿਵੇਂ ਦਾ ਲੱਗਾ, ਜਿਹਨੂੰ ਮੇਰਾ ਦਿੱਤਾ ਹੋਇਆ ਰਿਐਕਸ਼ਨ ਕਿਵੇਂ ਦਾ ਲੱਗਾ। ਜੇ ਆਪ ਜੀ ਮੇਰੇ ਚੈਨਲ ਤੇ ਨਵੇਂ, ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਬੈਲ ਆਈਕਨ ਦਾ ਬਟਨ ਦਬਾ ਦਿਓ ਤਾਂ ਜੋ ਵੀਡੀਓ ਦੀ ਆਉਣ ਵਾਲੀ ਨਵੀਂ ਤੋਂ ਨਵੀਂ ਨੋਟੀਫਿਕੇਸ਼ਨ ਆਪ ਜੀ ਤੱਕ ਪਹੁੰਚਦੀ ਰਹੇ। ਸੋ ਅਗਲੀ ਵੀਡੀਓ ਲੈ ਕੇ ਬਹੁਤ ਜਲਦੀ ਮਿਲਦੇ ਹਾਂ। ਉਦੋਂ ਤੱਕ ਵੀ ਸਤਿ ਸ੍ਰੀ ਅਕਾਲ।